ਵੈਲਕਮ ਪਿਆਰੇ ਦੋਸਤੋ ਅਤੇ ਮੇਰੇ ਅਧਿਆਪਕ ਸਾਥੀਓ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਹੁਣ 22 ਮੰਥਲੀ ਦੀ ਡੇਟ ਸ਼ੀਟ ਆ ਗਈ ਆਪਣੇ ਕੋਲੇ ਤੇ ਬਹੁਤ ਜ਼ਿਆਦਾ ਡਿਮਾਂਡ ਹੈ ਵੀ 10ਵੀਂ ਦੇ ਭੇਜੇ ਨੇ ਮੇਰੇ ਚੈਪਟਰ ਤੁਹਾਨੂੰ ਸਾਰੇ 22 ਮੰਥਲੀ ਦੇ ਵੀ 9th ਦੇ ਵੀ ਜਲਦੀ ਭੇਜੋ। ਮੇਰਾ ਇਹ 5th ਚੈਪਟਰ ਪੈਂਡਿੰਗ ਸੀਗਾ ਤਾਂ ਮੈਂ ਸੋਚਿਆ ਜਲਦੀ ਵੀਡੀਓ ਬਣਾ ਕੇ ਪਾ ਦਾਂ ਤਾਂ ਕਿ ਵੀ ਤੁਹਾਡਾ ਨੁਕਸਾਨ ਨਾ ਹੋਵੇ, ਸਾਰਾ ਕੁਝ ਸਮਝ ਆ ਜਾਏ ਤੁਹਾਨੂੰ। ਜਮਾਤ 9ਵੀਂ ਯੂਕਲਿਡ ਦੀ ਜਮਾਇਤੀ ਦੀ ਜਾਣਪਛਾਣ ਹੈ। ਜਾਣਪਛਾਣ ਨੰਬਰੀ ਬੜੀ ਸੌਖੀ ਹੈ। ਪੇਪਰ ਦੇ ਵਿੱਚ ਇਹਦੇ ਵਿੱਚੋਂ 2 ਜਾਂ 3 ਸਮ ਪੈਟ ਨੇ, ਉਹਨਾਂ ਦੇ ਵਿੱਚੋਂ ਹੀ ਇੱਕ ਅੱਧਾ ਸਮ ਪੇਪਰ ਦੇ ਵਿੱਚ ਆਉਣਾ। ਪਰ ਆਪਾਂ ਥੋੜਾ ਜਿਹਾ ਬਰੀਫ ਕਰ ਲੈਂਦੇ ਹਾਂ ਵੀ ਹੈ ਕੀ ਜਮਾਇਤੀ। ਯੂਕਲਿਡ ਕੌਣ ਹੈ, ਜਮਾਇਤੀ ਕੀ ਹੈ। ਜਾਣਪਛਾਣ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਵੇਂ ਮੇਰੀ ਜਾਣਪਛਾਣ ਕੀ ਹੈ, ਮੈਂ ਪੁਨੀਤ ਗਰਗ ਤੁਹਾਡੇ ਸਾਹਮਣੇ ਹੈਡਮਾਸਟਰ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਬਰਨਾਲਾ ਮੈਥ ਮਾਸਟਰ ਤੋਂ ਮੈਂ ਪ੍ਰਮੋਟ ਹੋਇਆ ਵਾ। ਠੀਕ ਹੈ, ਉਸ ਤਰ੍ਹਾਂ ਇਹਦੇ ਵਿੱਚ ਕੀ ਹੈ, ਯੂਕਲਿਡ ਕੌਣ ਹੈ, ਜਮਾਇਤੀ ਕੀ ਹੈ। ਜਮਾਇਤੀ ਕੀ ਹੈ ਅੰਗਰੇਜ਼ੀ ਦੇ ਵਿੱਚ ਜਿਓਮੈਟਰੀ, ਜੀਓ ਪਲਸ ਮੀਟਰੀ, ਜੀਓ ਪਲਸ ਮੀਟਰੀ ਕਿੱਥੋਂ ਲੈਤੇ ਨੇ ਸ਼ਬਦ, ਯੂਨਾਨੀ ਭਾਸ਼ਾ ਦੇ ਸ਼ਬਦ ਨੇ ਜੀਓ, ਤੇ ਮੀਟਰੀ ਕਿੱਥੋਂ ਆਇਆ, ਮਾਈਤੀ ਮੀਟਰਨ ਤੋਂ। ਜੀਓ ਦਾ ਮਤਲਬ ਹੁੰਦਾ ਪ੍ਰਿਥਵੀ ਜਾਂ ਅਰਥ। ਪ੍ਰਿਥਵੀ ਪੰਜਾਬੀ ਦਾ ਸ਼ਬਦ ਹੈ, ਅਰਥ ਕਾਹਦਾ ਹੈ ਅੰਗਰੇਜ਼ੀ ਦਾ। ਮੀਟਰਨ ਮਤਲਬ ਉਹਨੂੰ ਕੀ ਕਰਨਾ, ਮਾਪਣਾ। ਜਦੋਂ ਕਿਸੇ ਚੀਜ਼ ਨੂੰ ਆਪਾਂ ਮਾਪਦੇ ਆ ਉਹਨੂੰ ਕੀ ਬੋਲਦੇ ਆ, ਕਿਸੇ ਚੀਜ਼ ਦੇ ਮਾਪ ਦੰਡ ਕਰਨ ਨੂੰ ਜਿਓਮੈਟਰੀ ਬੋਲਿਆ ਜਾਂਦਾ। ਤਾਂ ਹੁਣ ਯੂਕਲਿਡ ਕੌਣ ਹੈ। ਯੂਕਲਿਡ ਬੇਟਾ ਕੀ ਸੀ, ਸਭ ਤੋਂ ਪਹਿਲਾਂ ਥੇਲਜ਼ ਨਾਂ ਦਾ ਵਿਗਿਆਨੀ ਤੁਸੀਂ ਸੁਣਿਆ, ਇੱਕ ਥੇਲਜ਼ ਨਾਂ ਦਾ ਮੈਥਮੈਟੀਸ਼ੀਅਨ ਵਿਗਿਆਨੀ ਹੋਇਆ ਹੈਗਾ। ਉਹਦਾ ਇੱਕ ਚੇਲਾ ਸੀ ਪਾਇਥਾਗੋਰਸ, ਜਿਹਦਾ ਕਿ ਨਾਮ ਮੈਨੂੰ ਲੱਗਦਾ ਸਾਰਿਆਂ ਬੱਚੇ ਨੂੰ ਪਤਾ ਵੀ ਪਾਇਥਾਗੋਰਸ ਕਿਥੋਂ ਹੁੰਦੀ ਆਪਣੇ ਕੋਲੇ। ਪਾਇਥਾਗੋਰਸ ਲੰਬ ਦੀ 2 ਜੋੜ ਆਧਾਰ ਦੀ 2 ਬਰਾਬਰ ਹੈ ਕਰਦੇ। ਉਹਦੇ ਜਦੋਂ ਉਹਦੇ ਕਾਲ ਦੇ ਵਿੱਚ ਕੁਝ ਬਹੁਤ ਸਾਰੇ ਵਿਗਿਆਨੀ ਹੋਏ। ਇੱਕ ਅਲੈਗਜ਼ੈਂਡਰੀਆ ਦਾ ਕੀ ਸੀ, ਇੱਕ ਗਣਿਤ ਅਧਿਆਪਕ ਸੀ। ਕਦੋਂ, ਜਿਹੜੇ ਵੀ ਹੁਣ 2020 ਚੱਲਦਾ ਤਾਂ 300 ਈਸਵੀ ਪੂਰਵ ਤੋਂ ਪਹਿਲਾਂ 300 ਸਾਲ ਪਹਿਲਾਂ, ਠੀਕ ਹੈ, ਉਹਦਾ ਨਾਮ ਕੀ ਸੀ, ਯੂਕਲਿਡ ਸੀ। ਉਹਨੇ ਕੀ ਦਿੱਤੇ, ਬਹੁਤ ਸਾਰੇ ਫੈਕਟ ਦਿੱਤੇ। ਕੀ ਦੱਸੇ ਆਪਾਂ ਨੂੰ, ਬਹੁਤ ਸਾਰੀਆਂ ਸਵੈ ਸਿੱਧ ਸੱਚਾਈਆਂ ਦੱਸੀਆਂ ਜਾਂ ਕੁਝ ਸੱਚਾਈਆਂ ਨੂੰ ਉਹਨੇ ਪ੍ਰੂਫ ਵੀ ਕੀਤਾ। ਉਹਨੇ ਕੀ ਕੀਤਾ, ਐਲੀਮੈਂਟਸ ਨਾਂ ਦੇ ਇੱਕ ਗ੍ਰੰਥ ਕਹਿ ਲਓ, ਬੁੱਕ ਕਹਿ ਲਓ, ਉਹਦੇ ਵਿੱਚ ਉਹਨੇ 13 ਚੈਪਟਰ ਬਣਾ ਕੇ ਉਹਦੇ ਵਿੱਚ ਉਹਨੂੰ ਸਾਰੇ ਨੂੰ ਪੋਸਟ ਕਰਤਾ। ਜਿਵੇਂ ਮੈਂ ਵੀਡੀਓ ਪੋਸਟ ਕਰੂੰਗਾ ਉਹਦੇ ਵਿੱਚ ਉਹਨੂੰ ਸਾਰਾ ਦਰਜ ਕਰਤਾ। ਠੀਕ ਹੈ, ਇਹਦੇ ਵਿੱਚ ਆਪਾਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ, ਬਸ ਸਿਰਫ ਇੰਨਾ ਹੀ ਆ। ਉਹਨੇ ਕੁਝ ਕੀ ਦਿੱਤੇ, ਸਵੈ ਸਿੱਧ ਦਿੱਤੇ ਤੇ ਕੁਝ ਕੀ ਕੀਤੀਆਂ ਮੂਲ ਧਾਰਨਾਵਾਂ। ਸਵੈ ਸਿੱਧ ਕੀ ਹੁੰਦਾ, ਜਿਵੇਂ ਆਪਾਂ ਕਹਿ ਦਈਏ 2 ਤੇ 2 4 ਸਵੈ ਸਿੱਧ ਹੈ। ਆਪਾਂ ਕੋਸ਼ਿਸ਼ ਕਰਦੇ ਉਹਨੂੰ ਸਿੱਧ ਨਹੀਂ ਕਰਦੇ। ਚੰਦਰਮਾ, ਸੂਰਜ, ਧਰਤੀ, ਤਾਰੇ ਸਾਰੇ ਕੀ ਨੇ, ਸਵੈ ਸਿੱਧ ਨੇ। ਠੀਕ ਹੈ, ਇਹ ਕੁਝ ਕੀ ਨੇ, ਮੂਲ ਧਾਰਨਾਵਾਂ ਨੇ। ਆਪਾਂ ਬੇਸਿਕਲੀ ਹੁਣ ਆਪਾਂ ਨੰਬਰੀ ਤੇ ਆਵਾਂਗੇ ਕਿਉਂਕਿ ਪੇਪਰਾਂ ਦੇ ਵਿੱਚ ਤਾਂ ਤੁਹਾਨੂੰ ਨੰਬਰੀ ਆਉਣੀ ਹੈ। ਦੇਖੋ ਬੇਟਾ, ਆਪਾਂ ਅਭਿਆਸ ਸਟਾਰਟ ਕਰਦੇ ਹਾਂ। ਨਾਲ ਇਹਦੇ ਮੂਲ ਧਾਰਨਾਵਾਂ ਦੇ ਵਿੱਚ ਵੀ ਆਪਾਂ ਗੱਲ ਕਰਾਂਗੇ। ਮੂਲ ਧਾਰਨਾਵਾਂ ਕੀ ਨੇ, ਪਹਿਲਾਂ ਤਾਂ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ। ਪੇਜ ਨੰਬਰ 99 ਤੋਂ ਸਟਾਰਟ ਹੋ ਜਾਂਦੀਆਂ ਨੇ ਵੀ ਮੂਲ ਆਧਾਰ ਇੱਕ ਜਿਹੜਾ ਲਿਖਿਆ ਹੋਇਆ, ਇੱਕ ਬਿੰਦੂ ਤੋਂ ਇੱਕ ਦੂਸਰੇ ਬਿੰਦੂ ਤੱਕ ਇੱਕ ਸਿੱਧੀ ਰੇਖਾ ਖਿੱਚੀ। ਨਾਲੋਂ ਨਾਲ ਜਿਵੇਂ ਵੀ ਮੂਲ ਆਧਾਰ ਇੱਕ ਵਾਰੀ ਬੁੱਕ ਦੇ ਵਿੱਚ ਤੁਸੀਂ ਪੜ੍ਹ ਲਿਓ ਜਸਟ, ਠੀਕ ਹੈ। ਬਾਕੀ ਨਾਲ ਮੈਂ ਦੱਸ ਹੀ ਦਿੰਦਾ। ਇਹਦੇ ਵਿੱਚ ਇੱਕ ਬਿੰਦੂ ਤੋਂ ਹੋ ਕੇ ਸਿਰਫ ਇੱਕ ਹੀ ਰੇਖਾ ਖਿੱਚੀ ਜਾ ਸਕਦੀ ਹੈ। ਕੀ ਪੁੱਛਿਆ ਇਹਨਾਂ ਨੇ, ਸੱਚ ਹੈ ਕਿ ਝੂਠ, ਬਸ ਸਿਰਫ ਇੰਨਾ ਹੀ ਦੱਸਣਾ। ਸੋਨੂੰ ਕੀ ਲੱਗਦਾ, ਮੈਂ ਇੱਕ ਬਿੰਦੂ ਲੈ ਲਿਆ, ਕਿਹੜਾ ਬਿੰਦੂ ਲੈ ਲਿਆ, P, ਕਿਉਂਕਿ ਨਾਲ ਇਹਨਾਂ ਨੇ ਕਾਰਨ ਵੀ ਪੁੱਛੇ ਨੇ। ਇਹਦੇ ਵਿੱਚੋਂ ਕਹਿੰਦੇ ਇੱਕ ਹੀ ਰੇਖਾ ਖਿੱਚੀ ਹੈ, ਇੱਕ ਰੇਖਾ। ਲਓ ਜੀ, ਮੈंने ਇੱਕ ਰੇਖਾ ਖਿੱਚੀ P ਬਿੰਦੂ ਚੋਂ। ਉਹਨਾਂ ਨੇ ਕਿਹਾ ਇੱਕ ਖਿੱਚੀ ਜਾਂਦੇ, ਲਓ ਜੀ ਮੈਂ ਇੱਕ ਹੋਰ ਖਿੱਚਤੀ, ਆ P ਬਿੰਦੂ ਸੀ। ਕਿੰਨੀਆਂ ਰੇਖਾਵਾਂ ਖਿੱਚਤੀਆਂ ਮੈंने, 2। ਲਓ ਜੀ ਇੱਕ ਹੋਰ ਖਿੱਚਤੀ, ਕਿੰਨੀਆਂ ਬਣ ਗਈਆਂ, 3। ਕਿੰਨੀਆਂ ਬਣ ਗਈਆਂ, 4, 5, 6, 7, 8, 9 ਜਿੰਨੀਆਂ ਤੁਹਾਡਾ ਮਨ ਕਰੇ ਉਨੀਆਂ ਤੁਸੀਂ ਖਿੱਚ ਸਕਦੇ। ਪਰ ਇਹ ਕਿੰਨੀਆਂ ਕਹਿੰਦੇ ਨੇ, ਇੱਕ ਹੀ ਰੇਖਾ। ਇੱਕ ਤਾਂ ਕਤਲ ਕੀ ਹੋ ਗਿਆ, ਕਿੰਨੇ ਖਿੱਚ ਸਕਦੇ ਆ, ਅਸੰਖ। ਅਸੰਖ ਮਤਲਬ ਅਣਗਿਣਤ, ਜਿੰਨੇ ਤੁਹਾਡਾ ਜੀ ਕਰੇ। ਤਾਂ ਕਤਲ ਕੀ ਹੈ, ਝੂਠ। ਤਾਂ ਕਾਰਨ ਹੋ ਗਿਆ ਇਹ ਵਾਲਾ, ਖਿੱਚ ਕੇ ਦਿਖਾ ਦਿਓ ਮੌਕੇ ਤੇ। ਬਸ ਇੱਕ ਨੰਬਰ ਚ ਆਉਣਾ, ਇੰਨਾ ਹੀ ਕੰਮ ਹੈ। 2 ਵੱਖ-ਵੱਖ ਬਿੰਦੂਆਂ ਵਿੱਚੋਂ, ਇੱਥੇ ਵੱਖ-ਵੱਖ ਬਿੰਦੂ ਨੇ ਲਿਖਿਆ ਹੈ, 2 ਵੱਖ-ਵੱਖ ਬਿੰਦੂਆਂ ਵਿੱਚੋਂ ਹੋ ਕੇ ਜਾਣ ਵਾਲੀਆਂ ਅਸੰਖ ਰੇਖਾਵਾਂ ਹੁੰਦੀਆਂ ਨੇ। ਅਸੰਖ ਮਤਲਬ ਜੇ ਬਿੰਦੂ ਹੁਣ ਪਹਿਲਾਂ ਇੱਕ ਸੀ, ਹੁਣ ਬਿੰਦੂ ਕਿੰਨੇ ਲੈਣੇ ਨੇ, 2 ਬਿੰਦੂ। ਲਓ ਜੀ
ਇੱਕ ਬਿੰਦੂ ਦਾ ਨਾਮ ਇਹਨੇ x ਰੱਖਤਾ, ਇੱਕ ਦਾ ਨਾਮ ਕੀ ਰੱਖਤਾ y। ਹੁਣ ਇਹਦੇ ਵਿੱਚੋਂ ਕਹਿੰਦੇ ਕਿੰਨੀਆਂ ਰੇਖਾਵਾਂ ਨਿਕਲਦੀਆਂ ਨੇ? ਅਸੰਖ। ਅਸੰਖ ਦਾ ਮਤਲਬ ਬੇਟਾ ਜਿਹੜੀਆਂ ਨਾ ਗਿਣੀਆਂ ਜਾ ਸਕਣ, ਠੀਕ ਹੈ। ਹੁਣ ਇਹ ਇੱਕ ਮੂਲ ਧਾਰਨਾ ਹੈ ਦੀ। ਤਾਂ ਦੇਖੋ ਲੋ, ਪਹਿਲਾਂ ਮੈਂ ਕੋਸ਼ਿਸ਼ ਕਰਦਾ ਅਸੰਖ ਖਿੱਚਣ ਦੀ। ਇਹ ਇੱਥੇ ਲਓ ਜੀ ਖਿੱਚਦੀ, ਪਰੰਤੂ ਇਹਦੇ ਚੋਂ ਲੰਘੀ ਹੋਈ ਨਹੀਂ y ਚੋਂ, ਹਨਾ। ਚਲੋ y ਚੋਂ ਲੰਘਾਉਣੇ ਆ, y ਚੋਂ ਲੰਘ ਗਈ ਪਰ x ਜੋੜੀ ਲੰਘੀ। ਤਾਂ ਜੇ ਕੋਈ ਹੋਰ ਲਾਈਨ ਲਵਾਂ, ਲਓ ਜੀ ਕਾਹ ਚੋਂ ਲੰਘ ਗਈ? x ਚੋਂ। ਇਸ ਤਰ੍ਹਾਂ ਜੇ ਇੱਥੇ ਲਵਾਂਗੇ ਤਾਂ y ਚੋਂ, ਤੇ ਮੈਂ ਆਹ ਲਾਈਨ ਲੈਣਾ ਇੱਕ, ਇਹ ਕਾਹ ਚੋਂ ਲੰਘ ਗਈ? ਦੋਨਾਂ ਚੋਂ, x ਚੋਂ ਵੀ y ਚੋਂ ਵੀ। ਕੋਈ ਹੋਰ ਲਾਈਨ ਦੀ ਕੋਸ਼ਿਸ਼ ਕਰੋ ਜਿਹੜੀ ਦੋਨਾਂ ਚੋਂ ਲੰਘੇ। ਨਹੀਂ ਲੰਘਦੀ ਬੇਟਾ, ਸਿਰਫ ਇੱਕੋ ਹੀ ਲਾਈਨ ਹੈ। ਇਹ ਇਹਦੀ ਮੂਲ ਧਾਰਨਾ ਵੀ ਹੈ ਵੀ ਦੋ ਵੱਖ-ਵੱਖ ਬਿੰਦੂਆਂ ਚੋਂ ਕੇਵਲ ਇੱਕ ਹੀ ਲਾਈਨ ਖਿੱਚੀ ਜਾ ਸਕਦੀ ਹੈ। ਮੂਲ ਧਾਰਨਾ ਇਹਦੀ ਚੈੱਕ ਕਰ ਲਿਓ। ਤਾਂ ਇਹਨਾਂ ਨੇ ਕਿਹੜੇ ਆਖਿਆ ਸੀ? ਅਸੰਖ। ਤਾਂ ਕਥਨ ਕੀ ਹੋ ਗਿਆ? ਝੂਠ। ਤਾਂ ਕਥਨ ਕੀ ਹੋ ਗਿਆ? ਝੂਠ। ਤਾਂ ਹੁਣ ਦੇਖੋ ਇੱਕ ਸ਼ਾਂਤ ਰੇਖਾ, ਕਿਹੜੀ ਰੇਖਾ? ਸ਼ਾਂਤ। ਉਸ ਸਮੇਂ ਜਿਹੜਾ ਯੂਕਲਿਡ ਸੀ ਉਹ ਸ਼ਾਂਤ ਰੇਖਾ ਬੋਲਦਾ ਸੀ, ਜਿਹਨੂੰ ਅੱਜ ਆਪਾਂ ਕੀ ਬੋਲਦੇ ਆ? ਰੇਖਾ ਖੰਡ। ਨੋਟ ਕਰ ਲਓ, ਅੱਜ ਆਪਾਂ ਇਹਨੂੰ ਕੀ ਬੋਲਦੇ ਆ? ਰੇਖਾ ਖੰਡ। ਆ ਕਹਿੰਦੇ ਸ਼ਾਂਤ ਰੇਖਾ ਹੈ, PQ ਇਹਦਾ ਨਾਮ ਹੈ। ਲਾਈਨ ਕੀ ਹੈ? ਸ਼ਾਂਤ। ਅਸ਼ਾਂਤ ਮਤਲਬ ਕੀ ਹੈ? ਅੱਗੇ ਪਿੱਛੇ ਨਹੀਂ ਵਧੀ। ਇਹਨੂੰ ਕੀ ਆਪਾਂ ਦੋਨੋਂ ਪਾਸੇ ਵਧਾ ਸਕਦੇ ਆ? ਹਾਂ, ਲਓ ਜੀ ਵਧਾਤਾ, ਠੀਕ ਹੈ। ਇਹ ਵੀ ਉਹਦੀ ਮੂਲ ਧਾਰਨਾ ਕੀ ਵੀ ਕਿਸੇ ਵੀ ਸ਼ਾਂਤ ਰੇਖਾ ਨੂੰ ਅਸੀਂ ਅਨਿਸ਼ਚਿਤ ਰੂਪ ਵਿੱਚ ਦੋਵੇਂ ਪਾਸੇ ਵਧਾ ਸਕਦੇ। ਇਹਨੂੰ ਹੁਣ ਕੀ ਬਣ ਗਈ? ਇੱਕ ਰੇਖਾ ਬਣ ਗਈ ਜਿਸ ਦੀ ਲੰਬਾਈ ਕੀ ਹੁੰਦੀ ਹੈ? ਅਨੰਤ ਹੁੰਦੀ ਹੈ ਦੋਨੋਂ ਪਾਸੇ, ਇਧਰਲੇ ਪਾਸੇ ਵੀ ਤੇ ਮੇਰੇ ਖੱਬੇ ਪਾਸੇ ਵੀ। ਇਹ ਵੀ ਕੀ ਹੈ? ਇਹਦੀ ਮੂਲ ਧਾਰਨਾ ਕੀ? ਮੂਲ ਧਾਰਨਾ ਨੰਬਰ 2। ਇਹ ਵੀ ਇਹਦੀ ਕਿਹੜੀ ਧਾਰਨਾ ਕੀ? ਮੂਲ ਧਾਰਨਾ 2। ਹੁਣ ਆਪਾਂ ਅੱਗੇ ਦੇਖਦੇ ਹਾਂ। ਜੇ ਦੋ ਚੱਕਰ ਬਰਾਬਰ ਹਨ, ਚੱਕਰ ਨੇ ਦੋ, ਦੇਖੋ ਚੱਕਰ ਬੇਟਾ ਜਿਵੇਂ ਆਪਣੇ ਹੱਥਾਂ ਦੇ ਵਿੱਚ ਚੂੜੀ ਜਾਂ ਕੜਾ ਪਾਇਆ ਹੁੰਦਾ, ਕੁੜੀਆਂ ਚੂੜੀ ਪਾ ਲੈਂਦੀਆਂ ਨੇ, ਮੁੰਡੇ ਕੀ ਪਾ ਲੈਂਦੇ ਨੇ? ਕੜਾ। ਜ਼ਮੀਨ ਤੇ ਗੋਲ ਚੱਕਰ ਬਣਾ ਕੇ ਆਪਾਂ ਕੋਈ ਨਾ ਕੋਈ ਗੇਮ ਖੇਡਦੇ ਆ, ਉਹ ਚੱਕਰ ਹੁੰਦੇ ਨੇ। ਕਹਿੰਦੇ ਜੇਕਰ ਦੋ ਚੱਕਰ ਕੀ ਨੇ? ਬਿਲਕੁਲ ਬਰਾਬਰ ਨੇ। ਦੇਖੋ ਚੱਕਰ ਕੀ ਹੁੰਦੇ ਨੇ? ਕੀ ਤੋਂ ਬਣਦਾ ਚੱਕਰ? ਚੱਕਰ ਦੇ ਵਿੱਚ ਆ ਕੀ ਹੁੰਦਾ ਹੈ? ਅਰਧ ਵਿਆਸ। ਹੁਣ ਬੇਟਾ ਚੱਕਰ ਬਰਾਬਰ ਨੇ, ਦਾ ਮਤਲਬ ਆ ਚੱਕਰ ਨੂੰ ਆਪਾਂ ਇਹਦੇ ਉੱਤੇ ਧਰ ਸਕਦੇ ਹਾਂ। ਆ ਚੱਕਰ ਨੂੰ ਜਿਵੇਂ ਚੱਕ ਲਾਂ, ਚੱਕਿਆ ਨਹੀਂ ਜਾਣਾ, 2 ਡਾਈਮੈਂਸ਼ਨ ਹੈ ਨਾ, ਕੜੇ ਦੇ ਉੱਤੇ ਕੜਾ ਧਰ ਲਓ ਤਾਂ ਇਹ ਵੀ ਇਹਦੇ ਉੱਤੇ ਬਿਲਕੁਲ ਇਦਾਂ ਬਣ ਜਾਊਗਾ, ਜਿਹਨੂੰ ਆਪਾਂ ਕੀ ਬੋਲਦੇ ਆ? ਸੰਪਾਤੀ। ਪੰਜਾਬੀ ਚ ਕੀ ਬੋਲਦੇ ਆ? ਸੰਪਾਤੀ। ਉੱਪਰ ਬਿਲਕੁਲ ਉੱਪਰ ਟਿਕ ਗਿਆ, ਤਾਂ ਜਦੋਂ ਉੱਪਰ ਟਿਕ ਗਿਆ ਤਾਂ ਜਿਹੜਾ ਅਰਧ ਵਿਆਸੀ ਇਹਦਾ ਗਾ ਉਹੀ ਕਿਹਦਾ ਬਣ ਜੂ? ਦੂਜੇ ਚੱਕਰ ਦਾ, ਕਿਉਂਕਿ ਉਹ ਹੁੰਦੇ ਨੇ ਸੰਪਾਤੀ। ਜੇ ਸੰਪਾਤੀ ਹੋਣਗੇ ਤਾਂ ਉਹਨਾਂ ਦੇ ਵਿਆਸ ਵੀ ਬਰਾਬਰ ਹੋਣਗੇ, ਉਹਨਾਂ ਦੇ ਅਰਧ ਵਿਆਸ ਵੀ ਬਰਾਬਰ ਹੋਣਗੇ ਤੇ ਉਹਨਾਂ ਦੇ ਘੇਰੇ ਵੀ ਕੀ ਹੋਣਗੇ? ਬਰਾਬਰ। ਚੱਕਰ 'ਚ ਚੀਜ਼ਾਂ ਹੀ ਇੰਨੀਆਂ ਕਿਹੜੀ। ਤਾਂ ਇਹ ਕਥਨ ਕੀ ਹੋ ਗਿਆ ਮੇਰਾ? ਸੱਚ। ਤਾਂ ਕਥਨ ਕੀ ਹੋ ਗਿਆ? ਸੱਚ। ਜਿਹੜਾ ਆਪਣਾ ਤੀਜਾ ਸੀ ਉਹਦਾ ਕਥਨ ਵੀ ਕੀ ਸੀ? ਸੱਚ ਸੀ। ਇੱਕ ਸ਼ਾਂਤ ਰੇਖਾ ਦੋਨੋਂ ਪਾਸੇ ਨਿਸ਼ਚਿਤ ਰੂਪ ਵਿੱਚ ਵਧਾਈ ਜਾ ਸਕਦੀ ਹੈ। ਉੱਥੇ ਮੈਂ ਸੱਚ ਨਹੀਂ ਸੀ ਲਿਖਿਆ, ਤੁਸੀਂ ਸੱਚ ਲਿਖ ਲਿਓ। ਤਾਂ ਪਹਿਲਾ ਦੂਜਾ ਕਥਨ ਕੀ ਸੀ? ਝੂਠ। ਤੀਜਾ ਚੌਥਾ ਕੀ ਹੈ? ਸੱਚ। ਪੰਜਵਾਂ ਦੇਖੋ, ਚਿੱਤਰ 5.9। ਲਓ ਜੀ ਕਹਿੰਦੇ ਚਿੱਤਰ 5.9 ਤੁਹਾਡੀ ਬੁੱਕ 'ਚ ਬਣਿਆ ਹੋਇਆ AB। ਲਓ ਜੀ ਸ਼ਾਂਤ ਰੇਖਾ ਜਿਹਨੂੰ ਆਪਾਂ ਗੁਣਨਖੰਡ ਬੋਲ ਦਿੰਦੇ ਆ, PQ। ਤੀਜੀ ਹੈਗੀ ਹੈ X Y। ਕਹਿੰਦੇ AB ਤੇ PQ ਬਰਾਬਰ ਨੇ। ਆ ਦੋਨੋਂ ਕੀ ਨੇ ਆਪਸ 'ਚ? ਬਰਾਬਰ। ਤੇ ਆ ਦੋਨੋਂ ਕੀ ਨੇ ਆਪਸ 'ਚ? ਬਰਾਬਰ। ਜਿੰਨੇ ਪੈਸੇ ਮੇਰੇ ਕੋਲੇ ਉਹਨੇ ਮੇਰੀ ਬੇਟੀ ਕਨਿਸ਼ਕਾ ਕੋਲੇ, ਤੇ ਜਿੰਨੇ ਪੈਸੇ ਕਨਿਸ਼ਕਾ ਕੋਲੇ ਉਹਨੇ ਮੇਰੇ ਬੇਟੇ ਹਾਰਦਿਕ ਕੋਲੇ। ਤਾਂ ਦੱਸੋ ਮੇਰੇ ਤੇ ਹਾਰਦਿਕ ਕੋਲੇ ਪੈਸੇ ਬਰਾਬਰ ਹੋਏ ਕਿ ਫਰਕ ਹੋਇਆ? ਤਾਂ ਕਨਿਸ਼ਕਾ ਬੋਲੀ ਕੀ ਬੋਲੀ? ਬਰਾਬਰ। ਬਰਾਬਰ। ਵੈਰੀ ਗੁੱਡ। ਤਾਂ ਦੋਨੋਂ ਕੀ ਹੋਏ? ਬਰਾਬਰ। AB ਕਿਹਦੇ ਬਰਾਬਰ ਹੈ? PQ ਦੇ। ਤੇ PQ ਕਿਹਦੇ ਬਰਾਬਰ ਹੈ? XY ਦੇ। 9ਵੀਂ ਦੇ ਬੱਚਿਆਂ ਐਡੀ ਗਲਤੀ ਤਾਂ ਆਪਾਂ ਕਰਦੇ ਨਹੀਂ, ਤਾਂ ਕੀ ਹੋਣਗੇ? ਬਰਾਬਰ। AB ਬਰਾਬਰ ਹੈ PQ, PQ ਬਰਾਬਰ ਹੈ XY। ਤਾਂ ਇਹ ਵਿੱਚੋਂ ਮੈਂ ਕੱਢਤਾ ਤਾਂ ਦੋਨੋਂ ਕੀ ਹੋ ਗਏ? ਬਰਾਬਰ। ਤੁਸੀਂ ਮਿਣ ਕੇ ਦੇਖੋ, ਥੋੜਾ ਜਿਹਾ ਵੱਧ, ਥੋੜਾ ਜਿਹਾ ਵੱਧ, ਥੋੜਾ ਵੱਧ, ਤਾਂ ਕੀ ਹੋ ਗਏ? ਬਰਾਬਰ।
ਹਨਾ। ਇੱਥੋਂ ਆਪਾਂ ਕੀ ਕਰ ਸਕਦੇ, ਇਹ ਵੀ ਕੀ ਹੈ, ਇੱਕ ਮੂਲ ਧਾਰਨਾ ਗੀ ਵੀ ਜੇ ਇੱਕ ਚੀਜ਼ ਦੂਜੀ ਦੇ ਬਰਾਬਰ ਹੈ, ਦੂਜੀ ਤੀਜੀ ਦੇ ਬਰਾਬਰ ਹੈ, ਤਾਂ ਪਹਿਲੀ ਚੀਜ਼ ਕਿਹਦੇ ਬਰਾਬਰ ਹੁੰਦੀ ਹੈ, ਤੀਜੀ ਦੇ। ਬੇਟਾ ਸੈਕਿੰਡ ਸਮ ਦੇ ਵਿੱਚ ਕੀ ਹੈ, ਕੁਝ ਆਪਾਂ ਨੂੰ ਚੀਜ਼ਾਂ ਆਖੀਆਂ ਨੇ, ਚੀਜ਼ਾਂ ਕਹਿ ਲਓ, ਤੱਥ ਕਹਿ ਲਓ, ਅੰਕ ਕਹਿ ਲਓ, ਜਾਂ ਉਹਨਾਂ ਕੋਈ ਗੱਲ ਕਹਿ ਲਓ, ਉਹਨਾਂ ਦੀ ਆਪਾਂ ਤੋਂ ਕੀ ਪੁੱਛਿਆ, ਪਰਿਭਾਸ਼ਾ ਕੀ ਹੈ ਤੇ ਉਹਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਕਿਉਂ ਹੈ। ਠੀਕ ਹੈ, ਤੇ ਆਪਾਂ ਉਹਨੂੰ ਕਿਵੇਂ ਪਰਿਭਾਸ਼ਿਤ ਕਰਾਂਗੇ ਜਾਂ ਕਿਵੇਂ ਲਿਖਾਂਗੇ, ਕਿਵੇਂ ਦਿਖਾਵਾਂਗੇ। ਸਮਾਨ ਅੰਤਰ ਖਾਣਾ, ਮੇਰੀ ਗੱਲ ਵਿੱਚ 7ਵੀਂ ਤੋਂ ਹੀ ਤੁਸੀਂ ਸ਼ਬਦ ਸੁਣਦੇ ਆ, ਹੋ ਸਕਦਾ ਪਹਿਲਾਂ ਵੀ ਸੁਣਿਆ ਹੋਵੇ। ਠੀਕ ਹੈ, ਸਮਾਨ ਅੰਤਰ, ਲਓ ਜੀ ਸਮਾਨ ਅੰਤਰ ਜੁੜ ਕੇ ਬਣ ਗਿਆ ਸਮਾਨ ਅੰਤਰ। ਸਮਾਨ ਮਤਲਬ ਬਰਾਬਰ, ਅੰਤਰ ਮਤਲਬ ਫਾਸਲਾ। ਜਿਨ੍ਹਾਂ ਰੇਖਾਵਾਂ ਦੇ ਵਿੱਚ ਜਿੱਥੋਂ ਮਰਜੀ ਲੰਬ ਦੂਰੀ ਮਾਪ ਲਓ, ਜਿੱਥੋਂ ਮਰਜੀ ਲੰਬ ਦੂਰੀ ਮਾਪ ਲਓ, ਜੇ ਉਹ ਦੂਰੀ ਰਹੇ ਬਰਾਬਰ ਤਾਂ ਇਹਦਾ ਮਤਲਬ ਹੋ ਗਈ ਨੇ ਸਮਾਨ ਅੰਤਰ। ਸਮਾਨ ਅੰਤਰ ਰੇਖਾਵਾਂ ਤੋਂ ਭਾਵ ਜਿਨ੍ਹਾਂ ਰੇਖਾਵਾਂ ਵਿੱਚ ਲੰਬ ਦੂਰੀ ਹਮੇਸ਼ਾ ਬਰਾਬਰ ਰਹੇ ਹੋਵੇ। ਲਿਖਤਾ ਵੀ ਸਮਾਨ ਅੰਤਰ ਰੇਖਾਵਾਂ ਤੋਂ ਭਾਵ ਉਹ ਰੇਖਾਵਾਂ ਜਿਨ੍ਹਾਂ ਵਿੱਚ ਲੰਬ, ਲੰਬ ਦਾ ਮਤਲਬ ਬੇਟਾ ਟੇਢੀ ਨਹੀਂ ਮਾਪਣੀ। मैंने एक लाइन ले ली पी क्यू, दूजी मेरे ले ली एक्स वाई, इन्हां विचकार आ वाली दूरी लंब जिथों मर्जी मापो, जे इथों यह 10 सेंटीमीटर है तो उरों भी की हो 10 सेंटीमीटर ही, जिथों मर्जी ले जाई चलो जिथे मर्जी। कई बच्चे ने इदा भी लिख लेंदा कि अध्यापक भी इदा करांदे, समान अंतर रखावां तो भाव और रखावां ਜਿਹੜੀਆਂ ਜਿੰਨਾ ਮਰਜੀ ਵਧਾਈ ਚੱਲੀਏ, ਜਿੰਨਾ ਮਰਜੀ ਵਧਾਈ ਚੱਲੀਏ, ਇੱਧਰ ਨੂੰ ਆਪਸ ਵਿੱਚ ਕਿਤੇ ਵੀ ਨਾ ਮਿਲਣ, ਆਪਸ ਵਿੱਚ ਨਾ ਮਿਲਣ ਨਾ ਕੱਟਣ। ਜਿਵੇਂ ਤੁਹਾਡੀ ਗੱਡੀ ਦਾ ਟਰੈਕ ਹੈ, ਵੈਸੇ ਤਾਂ ਮਿਲ ਜਾਂਦਾ ਬਹੁਤ ਦੂਰ, ਪਰ ਆਪਾਂ ਐਡੀ ਦੂਰ ਕਾਪੀ ਤੇ ਥੋੜਾ ਬਣਾਵਾਂਗੇ। ਆਹ ਬੋਰਡ ਆ ਦੇਖੋ, ਜੇ ਬੋਰਡ ਦੇ ਮੈਂ ਉੱਪਰਲੇ ਤੇ ਨਿਚਲੇ ਕਿਨਾਰੇ ਲੈ ਲਾਂ, ਇਹ ਕੀ ਨੇ ਇੱਕ ਦੂਜੇ ਤੋਂ ਸਮਾਨ ਅੰਤਰ। ਇੱਧਰਲੇ ਕਿਨਾਰੇ ਗਿਣ ਲਈ ਆਪਾਂ, जिन्ना मर्जी ऊपर ਵਧਾਈ चले, ਇਹਨੂੰ ਵਧਾਈ चले, ਇਹਨਾਂ ਨੇ ਆਪਸ ਵਿੱਚ ਨਹੀਂ ਮਿਲਣਾ। ਇਹਨੂੰ ਕੀ ਬੋਲਦੇ ਆ, ਸਮਾਨ ਅੰਤਰ ਰੇਖਾਵਾਂ। ਦੂਜਾ ਕੀ ਹੈ, ਲੰਬ ਰੇਖਾਵਾਂ। ਮੈਂ ਥੋੜਾ ਜਿਹਾ ਤੁਹਾਨੂੰ ਇਹਦੇ ਵਿੱਚ ਹੀ ਦੱਸਦਾ ਲੰਬ ਕੀ ਹੁੰਦਾ। ਜਦੋਂ ਦੋ ਰੇਖਾਵਾਂ, ਦੋ ਨੇ ਜਾਂ ਤਿੰਨ ਨੇ, ਜਿੰਨੀਆਂ ਵੀ ਨੇ, ਇੱਕ ਦੂਜੇ ਨੂੰ 90 ਦੇ ਡਿਗਰੀ ਤੇ ਸਪਰਸ਼ ਕਰਨ, ਉਹਨਾਂ ਨੂੰ ਕੀ ਬੋਲਦੇ ਨੇ, ਲੰਬ ਰੇਖਾਵਾਂ। और रੇਖਾਵਾਂ जो एक दूजे ते की होण लंब 90 डिग्री। कई लोग लंब कह दिंदे ने, जे कोण मापीए डी दा कितना हुंदा 90 डिग्री लंब होण नूं की बोलिया जांदा लंब रेखावां। की कहंदा लंब रेखावां। जिवें शक्ल बनाई, लो जी आ लाइन ए ते लंब, जे टेढ़ी कर ली ए कीते ए ते लंब, है ना बड़ा सौखा। हुण आपां इस तो बाद अगे देखदे हां। तीजा की है रेखा खंड, जिन्हों के यूक्लिड जी ने की आख्या सी शांत रेखा। वेरी गुड, याद है तुहाडे। जिन्हों की आख्या सी उन्होंने शांत रेखा, ये भी बड़ा सौखा। रेखा खंड, खंड भूमि का हिस्सा, रेखा खंड रेखा का हिस्सा। मैं कोई रेखा बनाई, ਉਹਦੇ ਵਿੱਚੋਂ मैंने थोड़ा ਜਿਹਾ हिस्सा की कर लिया, तोड़ लिया, तोड़ के जेब च पा लिया, वो भी बन गया रेखा खंड। ठीक है, रेखा खंड किसी रेखा का एक हिस्सा होता है जिसकी लंबाई, जो मैंने मिलके ही तोड़ लिया, पिछों टुट ही गया, तो उन्होंने मैं माप लूं जिसकी लंबाई निश्चित होती है। उसकी लंबाई की होती है निश्चित। मेरे को आ कोई रेखा सी बहुत बड़ी है, पी क्यू दूर तक जाती सी, मैंने विचों की कर लिया, इन्ना के हिस्सा इत्थे कैंची मारी, इत्थे कैंची मारी, लो जी तोड़ लिया। एक्स वाई इसकी लंबाई मैंने मापी, कितनी निकली
ਲਓ ਜੀ ਇਹਦੀ ਲੰਬਾਈ ਮਾਪੀ ਮੈਨੇ 25 ਸੈਂਟੀਮੀਟਰ। ਕਿੰਨੀ ਨਿਕਲੀ? 25 ਸੈਂਟੀਮੀਟਰ। ਦਾ ਇਹ ਕੀ ਬਣ ਗਿਆ? ਰੇਖਾ ਖੰਡ। x y ਬਰਾਬਰ 25 ਐਦਾਂ ਬਾਤ ਕਰਾਂਗੇ। ਇਹ ਕੀ ਬਣ ਗਿਆ? ਰੇਖਾ ਖੰਡ। ਸਮਝ ਗਏ ਬੇਟਾ? ਪਰਿਭਾਸ਼ਾ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਵੀ ਹੈ ਕੀ। ਲਿਖ ਜੋ ਮਰਜ਼ੀ ਦੋ, ਜੋ ਮਰਜ਼ੀ ਦੋ, ਭਾਵੇਂ ਨਹੀਂ ਕੁਝ ਹੋਰ ਹੀ ਲਿਖਿਆ ਹੋ। ਮਤਲਬ ਜਿਵੇਂ ਆਪਾਂ ਤੁਹਾਨੂੰ ਹੁਣੀ ਦੱਸੀ ਸਮਾਨਾਂਤਰ ਰੇਖਾਵਾਂ ਦੀ, ਜਿਵੇਂ ਇੱਕ ਮੈਂ ਲਿਖੀ ਸੀ, ਇੱਕ ਤੁਹਾਨੂੰ ਬੋਲ ਕੇ ਦੱਸਦੀ, ਜਿਹੜੀ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਰੇਖਾ ਖੰਡ ਕੀ ਹੈ? ਕਿਸੇ ਰੇਖਾ ਦਾ ਇੱਕ ਹਿੱਸਾ ਜਿਸ ਦੀ ਲੰਬਾਈ ਕੀ ਹੁੰਦੀ ਹੈ? ਨਿਸ਼ਚਿਤ ਹੁੰਦੀ ਹੈ। ਉਸ ਤੋਂ ਕੀ ਹੈ? ਚੱਕਰ ਦਾ ਅਰਧ ਵਿਆਸ। ਲਓ ਜੀ ਹੁਣੀ ਆਪਾਂ ਝੂਠ ਸੱਚ ਕੀਤਾ ਸੀ ਵੀ ਦੋ ਚੱਕਰ ਬਰਾਬਰ ਹੋਣ। ਇੱਥੇ ਅਰਧ ਵਿਆਸ ਦੀ ਗੱਲ ਆ ਗਈ। ਅਰਧ ਵਿਆਸ ਕੀ ਹੁੰਦਾ? ਚੱਕਰ ਕੀ ਹੁੰਦਾ? ਇੱਕ ਬਿੰਦੂ ਤੋਂ, ਲਓ ਜੀ ਪਹਿਲਾਂ ਸ਼ਕਲ ਬਣਾ। ਇੱਕ ਬਿੰਦੂ ਤੋਂ ਮੈਂ ਨਿੱਕੇ ਨਿੱਕੇ ਬੱਚੇ ਪਿੰਡਾਂ ਦੇ ਵਿੱਚ ਕੀ ਕਰਦੇ ਨੇ? ਇੱਕ ਡੰਡੇ ਦੇ ਉੱਪਰ ਧਾਗਾ ਬੰਨ ਲੈਂਦੇ, ਧਾਗੇ ਦੇ ਆਲੇ ਦੁਆਲੇ ਕੀ ਬੰਨ ਲੈਂਦੇ? ਕਰੋੜੀ ਬੰਨ ਲੈਂਦੇ ਨੇ, ਜਾਂ ਕੋਈ ਚੀਜ਼ ਬੰਨ ਲਈ, ਕਾਗਜ਼ ਬੰਨ, ਉਹਨੂੰ ਫਟਾਫਟ ਇੰਨੀ ਤੇਜ਼ੀ ਨਾਲ ਘੁਮਾਉਂਦੇ ਨੇ ਤਾਂ ਜਿੱਥੇ ਜਿੱਥੇ ਉਹ ਰੋੜੀ ਜਾਂਦੀ ਹੈ, ਕਿਉਂਕਿ ਰੋੜੀ ਜਿੰਨਾ ਧਾਗਾ ਉਹਨੂੰ ਤਾਂ ਛੱਡ ਨਹੀਂ ਸਕਦੀ। ਜਿਹੜੀ ਰੋੜੀ ਹੈ ਇੱਥੇ ਕੀ ਹੋ ਗਿਆ? ਮੇਰਾ ਡੰਡਾ ਜਿੱਥੇ ਮੈंने ਚੀਜ਼ ਬੰਨੀ ਹੈ ਏਦਾਂ ਦਾ ਕਰਕੇ ਘੁਮਾਉਣ ਲੱਗ ਗਿਆ। ਆਹ ਰੋੜੀ ਹੈ ਜੀ ਘੁੰਮ ਰਹੀ ਹੈ। ਇਹ ਕੀ ਹੋ ਗਿਆ? ਉਹ ਰੋੜੀ ਦਾ ਰਸਤਾ। ਜਿੱਥੇ ਜਿੱਥੇ ਉਹ ਰੋੜੀ ਜਾਂ ਉਹ ਜਿਹੜੀ ਚੀਜ਼ ਮੈंने ਬੰਨੀ ਹੈ ਉਹ ਘੁੰਮ ਰਹੀ ਹੈ। ਜਿੱਥੇ ਮੇਰਾ ਡੰਡਾ ਹੈ ਉਹਨੂੰ ਕੀ ਬੋਲਦੇ ਨੇ? ਕੇਂਦਰ। ਇਹਨੂੰ ਕੀ ਬੋਲਦੇ ਨੇ? ਕੇਂਦਰ। ਤੇ ਜਿਹੜਾ ਉਹ ਧਾਗਾ ਮੈंने ਬੰਨਿਆ ਸੀ ਜਿੰਨੀ ਲੰਬਾਈ ਦਾ, ਉਸ ਲੰਬਾਈ ਨੂੰ ਕੀ ਬੋਲਦੇ ਨੇ? ਅਰਧ ਵਿਆਸ। ਕੀ ਬੋਲਦੇ ਨੇ? ਅਰਧ ਵਿਆਸ। ਤਾਂ ਸਿੱਧਾ ਹੀ ਬਣ ਗਿਆ। ਕੇਂਦਰ ਤੋਂ ਚੱਕਰ ਤੱਕ ਦੀ ਦੂਰੀ ਨੂੰ, ਕੇਂਦਰ ਤੋਂ ਕਾਹਦਾ ਕੇਂਦਰ? ਚੱਕਰ ਦਾ। ਚੱਕਰ ਦੇ ਕੇਂਦਰ ਤੋਂ ਚੱਕਰ ਤੱਕ ਦੀ ਦੂਰੀ ਨੂੰ ਕੀ ਕਹਿੰਦੇ ਨੇ? ਅਰਧ ਵਿਆਸ। ਚੱਕਰ ਦਾ ਅਰਧ ਵਿਆਸ ਕਹਿੰਦੇ ਹਨ। ਅਰਧ ਦਾ ਮਤਲਬ ਕੀ ਹੈ ਪੁੱਤ? ਅੱਧਾ। ਆ ਕੀ ਹੈ? ਪੂਰਾ। ਜਿਹਨੂੰ ਮੈਂ ਪੂਰਾ ਕਰਦਾ ਤਾਂ ਕੀ ਹੈ? ਵਿਆਸ। ਤਾਂ ਵਿਆਸ ਤੋਂ ਕੀ ਬਣ ਗਿਆ? ਅੱਧਾ। ਅੱਧਾ ਇਧਰਲੇ ਪਾਸੇ, ਅੱਧਾ ਇਧਰਲੇ ਪਾਸੇ। ਤਾਂ ਚੱਕਰ ਦਾ ਅਰਧ ਵਿਆਸ ਸਮਝ ਲੱਗ ਗਈ। ਕੇਂਦਰ ਤੋਂ ਚੱਕਰ ਤੱਕ ਦੀ ਦੂਰੀ ਨੂੰ ਕੀ ਕਹਿੰਦੇ ਨੇ? ਚੱਕਰ ਦਾ ਅਰਧ ਵਿਆਸ। ਵਰਗ। ਵਰਗ ਬੇਟਾ ਤੁਹਾਨੂੰ 8ਵੀਂ ਦੇ ਵਿੱਚ ਕਿਸਮਾਂ ਕਰਾਈਆਂ ਸੀ ਚਤੁਰਭੁਜਾਂ ਦੀਆਂ। ਵੀਡੀਓ ਵੀ ਆਪਾਂ ਨੇ ਪੋਸਟ ਕੀਤੀ, ਫਿਰ ਤੁਸੀਂ ਦੇਖ ਸਕਦੇ ਹੋ ਚੈਨਲ ਦੇ ਉੱਤੇ। ਵਰਗ ਇੱਕ ਕਿਸਮ ਹੈ ਸਪੈਸ਼ਲ ਚਤੁਰਭੁਜ ਦੀ। ਚਤੁਰ ਮਤਲਬ ਚਾਰ, ਭੁਜ ਮਤਲਬ ਭੁਜਾਵਾਂ। ਕਿਹੜੀ ਕਿਸਮ ਹੈ? ਪਹਿਲਾਂ ਆਪਾਂ ਸ਼ਕਲ ਬਣਾ ਲੈਂਦੇ ਹਾਂ। ਸ਼ਕਲ ਬਣਾ ਕੇ ਪਰਿਭਾਸ਼ਾ ਬੜੀ ਛੇਤੀ ਹੋ ਜਾਂਦੀ ਹੈ। मैंने शक्ल बना ली ABCD, ठीक है। मैंने चारे कोण बनाते 90 दे ते ऐदा मैंने की लाता निशानी लाती। निशानी का मतलब की है सारियां भुजावां की ने बराबर। तो वर्ग की हुंदा है? चतुर्भुज दी ओ किस्म जिस विच सारियां भुजावां बराबर होण। सारियां भुजावां की होण बेटा? बराबर होण। हुण जे सारियां बराबर है तो समचतुर्भुज बन जाती है। तो दूजी कंडीशन अते सारे कोण किन्ने दे होण? 90 डिग्री। जे आपां कह सकदे लंब कोण, सम कोण। सारे कोण क्यों? सम कोण। ब्रैकेट लिख दो 90 डिग्री। चतुर्भुज दी ओ किस्म जिस विच सारियां भुजावां बराबर होण की अखवाउंदी है? वर्ग अखवाउंदी है। जे आपां इत्थे ये भी कह सकदे इहदी परिभाषा नूं थोड़ा सैट करके, चार भुजावां तो मिलके बनी सिंपल, सिंपल मतलब आसान सरल बंद आकृति जिस दियां चारे भुजावां की होण बराबर अते चारे कोण की होण 90 डिग्री की अखवाउंदी है? वर्ग। हुण आपां अगे लिखांगे इस तो बेटा तीजे सम च की लिखिआ है? मूल आधारां ते विचार करो।
ਇਹਨੂੰ ਪੇਪਰਾਂ 'ਚ ਨਹੀਂ ਪੁੱਛਿਆ ਜਾਂਦਾ, ਕੁਝ ਨਹੀਂ ਹੁੰਦਾ। ਸਿੰਪਲੀ ਕਿਹਾ ਵੀ ਦੋ ਬਿੰਦੂ ਏ ਬੀ ਨੇ, ਸੀ ਉਹਨਾਂ ਦੇ ਵਿਚਕਾਰ ਹੈ, ਆ ਏ ਵੀ ਹੈ, ਏ ਬੀ, ਲਓ ਜੀ ਸੀ ਵਿਚਕਾਰ ਹੋ ਗਿਆ। ਦੂਜਾ ਕੀ ਆਖਿਆ, ਕਹਿੰਦੇ ਏ ਬੀ ਨੇ, ਸੀ ਕੀ ਹੈ, ਮਤਲਬ ਉਹਨਾਂ ਤੋਂ ਬਾਹਰ ਹੈ। ਤੁਹਾਨੂੰ ਨਹੀਂ ਆਉਂਦਾ, ਤੁਸੀਂ ਇਹਨੂੰ ਮੈਂ ਜਾਣ ਕੇ ਕਰਾਈ ਨਹੀਂ ਰਿਹਾ, ਕਿਉਂਕਿ ਕੁਝ ਨਹੀਂ, ਮੂਲ ਧਾਰਨਾ ਕੀ ਮੂਲ ਆਧਾਰ ਨੇ, ਉਹਨਾਂ ਨੂੰ ਪੜ੍ਹਨਾ ਹੀ ਨਹੀਂ ਇਕੱਲਾ। ਇਹ ਪੇਪਰਾਂ 'ਚ ਆ ਜਾਂਦਾ ਹੈ ਕਿ ਇਸ ਤੋਂ ਬਾਅਦ ਪੰਜਵਾਂ ਤੇ ਛੇਵਾਂ ਸਮਾਂ ਇਹ ਵੀ ਪੇਪਰਾਂ 'ਚ ਬਹੁਤ ਆ ਜਾਂਦੇ ਨੇ। ਏ ਸੀ ਬਰਾਬਰ ਹੈ ਬੀ ਸੀ, ਤੇ ਜਿਹੜਾ ਸੀ ਬਿੰਦੂ ਆ ਉਹ ਏ ਅਤੇ ਬੀ ਦੇ ਕੀ ਹੈ, ਬਿਲਕੁਲ ਵਿਚਕਾਰ। ਜਿਵੇਂ ਉੱਥੇ ਲਿਖਿਆ ਸੀ ਸਾਹਮਣੇ ਏ ਬੀ, ਸੀ ਕੀ ਹੈ, ਬਿਲਕੁਲ ਵਿਚਕਾਰ ਇਹਨਾਂ ਦੇ। ਤਾਂ ਮੈਨੇ ਸਿੱਧ ਕੀ ਕਰਨਾ ਹੈ, ਏ ਸੀ ਹੈ ਜਿਹੜਾ ਉਹ ਪੂਰੀ ਏ ਬੀ ਤੋਂ ਕੀ ਹੈ, ਅੱਧਾ ਹੈ। ਹਾਲਾਂਕਿ ਤੁਸੀਂ 9th ਚੋਂ ਦੇਖਦੇ ਸਾਰੀ ਸਮਝ ਗਏ ਵੀ ਹਾਂ ਅੱਧਾ ਹੀ ਹੋਊਗਾ, ਇਹ ਇੱਕ ਹੈ ਪੂਰਾ ਕੀ ਹੋ ਗਿਆ 2, ਇੱਕ ਨੇ 2 ਦਾ ਅੱਧਾ ਹੋਣਾ ਹੀ ਹੋਣਾ। ਪਰ ਇੱਥੇ ਤਾਂ ਆਪਾਂ ਨੂੰ ਹੱਲ ਕਰਨਾ ਹੀ ਪੈਣਾ। AC ਬਰਾਬਰ ਹੈ BC, ਦਿੱਤਾ ਹੈ, ਮੈਨੂੰ ਦੇਤਾ। ਹੁਣ ਦੋਵੇਂ ਪਾਸੇ 2 ਜਾਂ 3 ਨੰਬਰ 'ਚ ਬੇਟਾ ਆ ਜਾਂਦਾ, ਮੁਫਤ ਦੇ ਨੰਬਰ ਨੇ। AC ਜੋੜ ਦੋ, ਜੋੜ ਕੇ ਦੋਵੇਂ ਪਾਸੇ ਕੀ ਜੋੜ ਦੋ, AC। ਕਿਉਂ AC ਜੋੜਿਆ ਬੇਟਾ, ਮੈਨੂੰ AC ਚਾਹੀਦਾ, ਮੈਨੂੰ BC ਨਹੀਂ ਚਾਹੀਦਾ ਨਾ ਸੀ, AC ਤਾਂ ਮੈਨੂੰ ਚਾਹੀਦਾ ਹੀ ਹੈ। AC ਚਲਾਵਾਂਗੇ ਫੇਰ ਹੀ ਠੰਡੀ ਠੰਡੀ ਹਵਾ ਆਊ। AC BC ਜੋੜ ਕੀ AC, BC ਬਹੁਤ ਕ੍ਰਿਟੀਕਲ ਗਰਮੀ ਚੱਲ ਰਹੀ ਹੈ, AC ਚਲਾਇਆ ਠੰਡਾ ਠੰਡਾ ਹੋ ਗਿਆ। AC ਤੇ AC ਕਿੰਨੇ AC ਬਣ ਗਏ, 2 AC। BC ਵਿੱਚ ਜੋੜਿਆ AC, BC ਵਿੱਚ ਜੋੜਿਆ AC, ਕੀ ਬਣ ਗਿਆ AB। ਜਾਂ BA ਕਹਿ ਦੋ ਜਾਂ AB ਕਹਿ ਦੋ, ਕੋਈ ਗੱਲ ਹੈ। ਹੁਣ ਦੋ ਚੀਜ਼ਾਂ ਦਾ ਮੁੱਲ AB, ਦੋ ਨੇ ਜਾਣਾ ਦੂਜੇ ਪਾਸੇ, ਚਲੋ ਦੋਵੇਂ ਪਾਸੇ 2 ਨਾਲ ਭਾਗ ਕਰਕੇ ਨੰਬਰ ਪੂਰੇ ਲਵਾਂਗੇ, ਇੱਕ ਵੀ ਨੰਬਰ ਨਹੀਂ ਛੱਡਣਾ ਆਪਾਂ। ਇਹਨੂੰ 2 ਤੇ ਭਾਗ ਕੀਤਾ, 2 ਨਾਲ 2, ਚਲੋ ਮੈਂ ਨੀਚੇ ਲਿਖ ਹੀ ਦਿੰਦਾ। ਇਹਨੂੰ ਵੀ 2 ਤੇ ਭਾਗ ਕਰਤਾ, 2 ਨਾਲ 2 ਕੀ ਹੋ ਗਿਆ, ਕੱਟ ਗਿਆ। ਤੇ AC ਦਾ ਮੁੱਲ ਕੀ ਆ ਗਿਆ, AB ਬਟੇ 2। ਇਸ ਲਈ AC ਬਰਾਬਰ ਹੈ 1/2 AB, ਜੋ ਕਿ सिद्ध करना है। बड़ा सौखा है। पंजवें सवाल च देखिए की लिखिया है, प्रश्न 4 विच सी रेखाखंड AB दा की खवाउंदी है, मध्य बिंदु। सिद्ध करो कि रेखाखंड दा एक ते सिर्फ एक ही मध्य बिंदु हुंदा है। कहंदे इसे विच ही देखिए उत्तर आपस में कर रहे, तार लिया, तार लिया, ठीक है ना, पता लगे स्क्रीनशॉट खिंच लीदा हुंदा है। कहते पंजवें सवाल की लिखे है भी कोई भी जिहड़ी रेखाखंड है आ कहते ओदा की है, मध्य बिंदु। कहते भी किसी लाइन दे किसी रेखाखंड दे 2 मध्य बिंदु हो सकते हैं। सिद्ध करो भी इक्को ही मध्य बिंदु हुंदा है। हुण ऐ किवें सिद्ध करे भी इक्को ही हुंदा है, पता सानू सारिआं नूं है भी एक हुंदा है, पर हुण आपां नूं तां सिद्ध करन नूं कहता, उन्हां ने तां इह कहता कि 2 ते 2 4 सिद्ध करो। फिर मैं 4 किवें सिद्ध करा, मैं कह देना भी 2 ते 2 5 हुंदे ने। की कह देना 2 ते 2 की हुंदे ने 5, 5 होने नहीं, 2 चीज़ां मैंने लत्तियां 2 च होर रख दियां, किन्नियां बन गईयां 4। तो इत्थे भी की करांगे आपां, की मन्नांगे, मान लो एक नहीं 2 ने, मान लो रेखाखंड AB दे मध्य बिंदु किन्ने ने, 2 ने, 2 हन, किहड़े-किहड़े C अते D। मैंने किन्ने मान लिया मध्य बिंदु, एक C मान लिया, एक मैंने इहनूं मान लिया D। ये भी की है कि मध्य बिंदु। हुण मैंने मध्य बिंदु तो 2 मान लिए, इसलिए पहला मध्य बिंदु कहता AC बराबर है CD, और CD लिखता CB। दूजा मध्य बिंदु की कहता AD बराबर है DB। इन्हें कहता भी AC बराबर है BC, पहला मध्य बिंदु कहता। दूजा की कहता AD बराबर है DB। हुण जिवें इन्हां दोनों चों घटा दा, AD घटाओ AC, BD घटाओ CB, तो की आ गया मेरे को
AD जो मैं AC घटाई जाना, AD घटाओ AC की बच गया CD, AD देखो बेटा इथों तो लेके इथों तक विचों मैंने की घटाता AC, लो जी घटाता की बच गया CD, BD घटाओ CD, छोटे जो बड़ा BD छोटा देखने में छोटा लग रहा, चलो की घटाता मैंने BC तक की आ गया CD, कादा घटाओ दा ਮੈਨੂੰ ਤਾਂ ਉਧਾਰਾ ਲੈਣਾ ਪੈ ਗਿਆ ਘਟਾਉਣ ਵਾਸਤੇ, CD ਨੇ CD ਕੀ ਹੋ ਗਿਆ ਦੋਨੇ ਪਾਸੇ ਕੱਟ ਗਿਆ, ਇਹਦਾ ਮਤਲਬ 1 ਬਰਾਬਰ ਹੈ ਘਟਾਓ 1 ਦੇ ਘਟਾਓ 1 ਬਰਾਬਰ ਹੁੰਦੇ ਨੇ, ਕਿੱਥੇ 1 ਜੋੜ ਦੇ ਕਿੱਥੇ 1 ਘਟਾਓ ਦੇ, ਜੋ ਕਿ असंभव है, की है असंभव, ਇਹਦਾ ਮਤਲਬ ਜੇ A असंभव है ਤਾਂ A असंभव है, A असंभव है फिर A असंभव ने, ताकि संभव हो गया दो मध्य बिंदु की हो गए असंभव, इसलिए एक रेखाखंड पे केवल एक ही मध्य बिंदु संभव है। ਇਹਨਾਂ ਨੇ ਦੋ ਆਖੇ ਸੀ ਬੇਟਾ, ਦੋ ਨਹੀਂ ਹੁੰਦੇ, ਕਿੰਨੇ ਹੁੰਦੇ ਨੇ, ਇੱਕ ਹੀ ਹੁੰਦਾ ਹੈ। ਅੱਗੇ ਆਪਾਂ ਦੇਖਾਂਗੇ 6th ਕੁਐਸਚਨ। 6ਵੇਂ ਸਵਾਲ 'ਚ ਕੀ ਲਿਖਿਆ, ਜੇਕਰ AC ਇੱਥੋਂ ਤੋਂ ਲੈ ਕੇ ਇੱਥੋਂ ਤੱਕ ਬਰਾਬਰ ਕਿਹਦੀ ਹੈ BD। ਇਹ ਸਵਾਲ ਨੂੰ ਥੋੜਾ ਧਿਆਨ ਨਾਲ ਦੇਖਿਓ, ਜਦੋਂ ਮੈਨੂੰ ਵੀ ਲਾਓ ਜੇ ਮੈਂ ਪੇਪਰ 'ਚ ਸਮ ਪਾਉਣਾ ਤਾਂ ਨੰਬਰ ਦੇ ਵਿੱਚ ਮੈਨੂੰ ਕੋਈ ਖਾਸ ਇਹ ਨਹੀਂ ਲੱਗਦਾ ਇੰਪੋਰਟੈਂਟ ਸਮ ਹੈ, 4th ਥੋੜਾ ਜਿਹਾ ਲੱਗਦਾ, ਸੱਚ ਝੂਠ ਲੱਗਦੇ ਨੇ, 3 ਨੰਬਰ ਦੇ ਪੇਪਰ 'ਚ ਕੁਐਸਚਨ ਪਾਈ ਦੇ, ਇੱਕ ਸੱਚ ਝੂਠ 'ਚ ਪਾ ਦਿੰਦੇ ਆ, ਦੂਜਾ ਜਾਂ ਇਹ ਪਾ ਦੇਈਦਾ ਜਾਂ ਉਹ ਚੌਥਾ ਜਿਹੜਾ ਸਮ ਆਪਾਂ ਕੀਤਾ ਸੀ, ਕਿਉਂਕਿ ਕੁਛ ਕਰਕੇ ਤਾਂ ਦਿਖਾਈਏ ਨਾ। AC ਬਰਾਬਰ ਹੈ BD ਤਾਂ ਸਿੱਧ ਕਰੋ, ਹੁਣ ਦਿੱਤਾ ਕੀ ਹੈ AC ਬਰਾਬਰ ਹੈ BD, ਕੀ ਹੈ ਮੈਨੂੰ ਦਿੱਤਾ ਆ ਦਿੱਤਾ ਵੇ, ਦੇਖੋ मैंने ਦਿੱਤਾ, ਹੁਣ मैंने ਕੱਢਣਾ ਕੀ ਹੈ AB, AC मैंने ਕੱਢਣਾ ਕੀ ਹੈ AB, फालतू की है BC, तो दोनों पासे फालतू की नजर आ रहा है मैंने BC, दोनों पासे पासे मतलब एक आ पासा बेटा एक आ पासा की घटा दो BC घटा के दोनों पासे तो की उड़ा दो BC, AC घटाओ BC, BD घटाओ BC, ध्यान नाल शक्ल करनी देखिए बड़े जे AC ਦੇ ਵਿੱਚੋਂ ਮੈਂ BC ਉਡਾਦਾ, AC ਵਿੱਚੋਂ ਮੈंने ਕੀ ਉਡਾਤਾ ਲਓ ਜੀ BC ਉਡਾਤਾ, ਤਾਂ ਕੀ ਬਚ ਗਿਆ AC ਵਿੱਚੋਂ मैंने BC ਨੂੰ ਕੀ ਕਰਤਾ ਖਤਮ ਕਰਤਾ, ਤਾਂ ਮੇਰੇ ਕੋਲ ਕੀ ਬਚ ਗਿਆ A। ਫਿਰ ਦੂਜਾ ਮੇਰੇ ਕੋਲ ਕੀ ਹੈ BD, ਕੀ ਹੈ ਮੇਰੇ ਕੋਲ BD ਵਿੱਚੋਂ मैंने ਫਿਰ ਕੀ ਉਡਾਤਾ BC, ਕੀ ਬਚ ਗਿਆ CD। ਦੇਖਿਓ ਬੜਾ ਇਹ ਕੀ ਸੀ, यही सिद्ध करना है, यही मैंने की करना सी सिद्ध करना है। देखो बेटा ਜਿਹੜਾ 7ਵਾਂ ਸਵਾਲ ਸੀ ਉਹ ਸਵੈ ਸਿੱਧ ਸੀ, ਸਰਵਵਿਆਪੀ ਸੱਚ ਹੈ, ਉੱਤੇ ਆਪਾਂ ਨਹੀਂ ਜ਼ਿਆਦਾ ਮੱਥਾ ਮਾਰਦੇ, ਪੇਪਰਾਂ 'ਚ ਨਹੀਂ ਆਉਂਦਾ, ਇਹ ਵੀ ਪੇਪਰਾਂ 'ਚ ਬਹੁਤ ਘੱਟ ਆਉਂਦਾ, ਪਰ ਐਵੇਂ ਜਸਟ ਆਪਾਂ ਸਮਝ ਲਈਏ, ਮਾੜੇ ਦਿਨਾਂ 'ਚ ਪਤਾ ਹੀ ਨਹੀਂ ਹੁੰਦਾ ਵੀ ਕਿਹੜੀ ਚੀਜ਼ ਨੁਕਸਾਨ ਕਰ ਜੇ। ਅੱਜ ਦੀ ਘੜੀ ਜਿਵੇਂ ਕਰੋਨਾ ਕਰੀ ਜਾਂਦਾ, मूल आधार 5 है, कहते एक सीधी रेखा, मान लो एक सीधी रेखा दो सीधियां रेखावां नूं, सीधियां मतलब भी एवें नहीं हैगी, टेढ़ी नहीं हैगी, ते डिग के अंदरले कोण दो अंदरले कोण बन गए 1 ते 2, किहड़े कोण बन गए मेरे कोले 1 ते 2, जिवें 1 ते 2 अपने कोले बने ने कोण, ठीक है, ਉਹ ਇਹ ਦੋਵੇਂ ਕੋਣਾਂ ਦਾ ਜੋੜ, ਜੇ ਇਹਨਾਂ ਦੋਨਾਂ ਨੂੰ ਮੈਂ ਕੀ ਕਰਾਂ ਜੋੜ ਲਾਂ, ਮੰਨ ਲਓ ਇੱਕ ਕੋਣ ਹੈਗਾ 80 ਦਾ, दो हैगा 95 का, और 80 ਦੇ 95 मैंने की कर लिया जोड़ लिया, कितना बन गया 175, मिलके दो समकोण बेटा समकोण कितने का कोण होता है 90 का, समकोण कितने होता है 90 का, तो दो कितने हो गए 180, 175 की 180 तो छोटा 90 90 180, ਤਾਂ ਉਹ ਦੋਨੋਂ ਸਿੱਧੀਆਂ ਰੇਖਾਵਾਂ ਅਨਿਸ਼ਚਿਤ ਰੂਪ ਵਿੱਚ ਵਧਾਏ ਜਾਂਦੇ, ਜਿਹਨੂੰ ਮੈਂ ਵਧਾਉਣਾ ਸ਼ੁਰੂ ਕਰਦਾ, ਇਧਰ ਇਹਨੂੰ ਵਧਾਉਣਾ ਸ਼ੁਰੂ ਕਰਦਾ, ਦੇਖੋ ਅਨਿਸ਼ਚਿਤ ਰੂਪ, ਇਹ ਤਾਂ ਬਾਈ ਚਾਂਸ ਮੇਰੇ ਕੋਲ ਬੋਰਡ ਦੇ ਉੱਤੇ ਹੀ ਮਿਲ ਗਈਆਂ, ਹੋ ਸਕਦਾ ਨਾ ਮਿਲਣ ਬੋਰਡ ਦੇ ਉੱਤੇ, ਪਰ ਕਿਤਨਾ ਕਿਤੇ
ਜਿਸ ਦਿਸ਼ਾ ਵਿੱਚ ਇਹ ਦੋਨੇ ਸਮਕੋਣ ਘੱਟ ਨੇ। ਇਧਰਲੇ ਪਾਸੇ ਨੂੰ ਨਹੀਂ ਮਿਲਣਗੀਆਂ, ਇਧਰਲੇ ਪਾਸੇ ਨੂੰ ਮਿਲਣਗੀਆਂ। ਇਹ ਕੌਣ ਕਹਿੰਦਾ ਹੈ? ਯੂਕਲਿਡ ਦਾ ਮੂਲ ਆਧਾਰ 5 ਕਹਿੰਦਾ ਹੈ। ਇਹਦੇ ਦੇ ਬੇਇੱਜ਼ਤੀ ਨੰਬਰ ਹੀ ਹੈ ਅਧਿਆਇ ਆਪਣਾ 5.2। ਕਹਿੰਦੇ ਪੰਜਵੀਂ ਧਾਰਨਾ ਹੋਵੇ। ਪੰਜਵੀਂ ਧਾਰਨਾ ਕੀ? ਕਿਵੇਂ ਸਰਲ ਰੂਪ ਚ ਲਿਖੋਗੇ? ਸਰਲ ਰੂਪ ਕੀ ਹੈ? ਦੋ ਰੇਖਾਵਾਂ ਨੇ, ਉਹਨਾਂ ਨੂੰ ਕੀ ਇੱਕ ਰੇਖਾ ਕੱਟਦੀ ਹੈ। ਜੇਕਰ ਦੋ ਰੇਖਾਵਾਂ ਨੂੰ ਇੱਕ ਰੇਖਾ ਕੱਟੇ, ਦੋ ਰੇਖਾਵਾਂ ਨੂੰ ਸਮਾਨਾਂਤਰ ਸ਼ਬਦ ਨਹੀਂ ਵਰਤਣਾ, ਦੋ ਰੇਖਾਵਾਂ ਨੂੰ ਇੱਕ ਰੇਖਾ ਕੱਟੇ ਤੇ ਜੇਕਰ ਉਹਨਾਂ ਦੇ ਇੱਕ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਤੋਂ ਘੱਟ ਹੋਵੇ। ਕੀ ਤੋਂ ਘੱਟ ਹੋਵੇ? 180 ਡਿਗਰੀ ਤੋਂ ਘੱਟ ਹੋਵੇ ਤਾਂ ਜਿੱਧਰਲੇ ਪਾਸੇ ਘੱਟ ਹੈ ਉਧਰਲੇ ਪਾਸੇ ਰੇਖਾਵਾਂ ਵਧਾਉਣ ਤੇ ਮਿਲਣਗੀਆਂ। ਇਹ ਤਾਂ ਬੁੱਤ ਹੁਣ ਆਇਆ ਮੰਨੋ ਲੋਕਡਾਊਨ ਹੋਇਆ ਹੋਇਆ, ਇਹ ਤਾਂ ਕਿਰਿਆ ਬਹੁਤ ਸੋਹਣੀ ਬਣਦੀ ਹੈ ਤੇ ਆਪਾਂ ਕਰਕੇ ਦੇਖ ਸਕਦੇ ਹਾਂ। ਤੁਹਾਡੇ ਹੱਥੋਂ ਕਰਵਾਉਂਦੇ, ਠੀਕ ਹੈ, ਦੋ ਸਮਾਨਾਂਤਰ ਰੇਖਾ ਲੈਂਦੇ, ਫਿਰ ਆਪਾਂ ਉਹਨਾਂ ਨੂੰ ਵਧਾਉਂਦੇ, ਉਹਨਾਂ ਨੇ ਮਿਲਣਾ ਨਹੀਂ ਸੀ। ਤੇ ਜਦੋਂ ਉਹਨਾਂ ਦਾ ਜੋੜ ਜਿਵੇਂ ਇੱਥੇ ਲੱਤਾ ਘੱਟ ਲੈ ਲੈਂਦੇ, ਡੀ ਘੁਮਾਉਣੀ ਮੜੀ ਜੀ, ਰੇਖਾ ਹਿੱਲ ਜਾਂਦੀ, ਫਿਰ ਵਧਾਉਂਦੇ, ਫਿਰ ਕੀ ਹੁੰਦਾ? ਉਹ ਮਿਲ ਜਾਂਦੀਆਂ। ਕੀ ਦੂਜਾ ਸਮ ਕੀ ਹੈ? ਕਿ ਯੂਕਲਿਡ ਦੀ ਪੰਜਵੀਂ ਧਾਰਨਾ ਤੋਂ ਸਮਾਨਾਂਤਰ ਰੇਖਾਵਾਂ ਦੀ ਹੋਂਦ ਦਾ ਸੰਕੇਤ ਮਿਲਦਾ ਹੈ। ਹੁਣੀ ਤਾਂ ਮੈਂ ਗੱਲ ਕਰਕੇ ਰਿਹਾ ਵੀ ਜੇ ਇਹ ਵਧਾਏ ਤੇ ਨਾ ਮਿਲਣ, ਜੇ ਇਹ ਵਧਾਏ ਤੇ ਨਾ ਮਿਲਣ, ਮੰਨ ਲਓ ਮੈਂ ਵਧਾਵਾਂ, ਵਧਾਉਣ ਤੇ ਨਹੀਂ ਮਿਲਦੀਆਂ, ਮੰਨ ਲਓ ਆ ਦੇਖੋ ਇੱਕ ਰੇਖਾ ਦੂਜੀ ਰੇਖਾ, ਆ ਕੀ ਹੋ ਗਈ? ਕਾਟਵੀਂ ਰੇਖਾ। ਮੈਂ ਵਧਾਈ ਜਾਣਾ, ਲਓ ਜੀ ਇਹਨੂੰ ਵਧਾਈ ਜਾਣਾ, ਵਧਾਏ ਤੇ ਕੀ ਹੈ? ਨਹੀਂ ਮਿਲਦੀਆਂ। ਹੁਣੀ ਜਿਵੇਂ ਆਪਾਂ ਪਰਿਭਾਸ਼ਾ ਕੀਤੀ ਸੀ ਤਾਂ ਸਮਾਨਾਂਤਰ ਰੇਖਾਵਾਂ ਦੀ ਪਰਿਭਾਸ਼ਾ ਹੀ ਬਣ ਗਈ। ਤਾਂ ਇਹਨਾਂ ਦਾ ਜੋੜ ਵੀ ਕਿੰਨਾ ਹੋਊਗਾ? ਮੰਨ ਲਓ ਇਹ 80 ਹੈ ਤਾਂ ਕਿੰਨਾ ਹੋਊ? 100। ਇਹ ਨਹੀਂ ਵੀ 80 ਤੇ 100 ਹੀ ਹੈ, 75 105 70 110 ਹੋ ਸਕਦਾ 90 90 ਹੋਵੇ। ਤਾਂ ਇਹਦੇ ਤੋਂ ਆਪਾਂ ਨੂੰ ਸਮਾਨਾਂਤਰ ਰੇਖਾਵਾਂ ਦੀ ਹੋਂਦ ਦਾ ਪਤਾ ਚੱਲਦਾ ਹੈ। ਕਿਵੇਂ ਪਤਾ ਚੱਲਦਾ ਹੈ? ਵੀ ਜੇ ਕੋਣਾਂ ਦਾ ਜੋੜ ਦੋ ਸਮਕੋਣ ਦੇ ਬਰਾਬਰ ਹੋ ਜਾਂਦਾ ਹੈ ਤਾਂ ਉਹ ਵਧਾਈ ਤੇ ਨਹੀਂ ਮਿਲਦੀਆਂ। ਜੇ ਨਹੀਂ ਮਿਲਦੀਆਂ ਤਾਂ ਉਹਨਾਂ ਨੂੰ ਕੀ ਬੋਲਦੇ ਨੇ? ਸਮਾਨਾਂਤਰ ਰੇਖਾਵਾਂ। ਉਮੀਦ ਕਰਦੇ ਆ ਸਾਰੀਆਂ ਵੀਡੀਓ ਤੁਸੀਂ ਦੇਖ ਲਓਗੇ ਤੇ ਜਿਹੜੇ ਆਪਣੇ ਟੈਸਟ ਹੋਣੇ ਜਾ ਰਹੇ ਨੇ 6 ਜੁਲਾਈ ਤੋਂ, ਉਹਨਾਂ 'ਚ ਤੁਸੀਂ ਲਾਓਗੇ ਫੁੱਲ ਬਟਾ ਫੁੱਲ। ਧੰਨਵਾਦ।